ਹੈਲੋ एवरीवन, मैं स्वागत करती हूँ ਤੁਹਾਡਾ ਗਿਲਸ ਮੈਂਟੋਰ ਦੇ ਈ-ਲਰਨਿੰਗ ਪਲੇਟਫਾਰਮ ਤੇ ਆਪਾਂ ਜਲਦੀ ਸ਼ੁਰੂ ਕਰ ਲਈਏ। ਇਸ ਲਈ ਜਲਦੀ ਤੋਂ ਜਲਦੀ ਇਸ ਨੂੰ ਐਟਲੀਸਟ ਆਪਣੇ 10 ਫਰੈਂਡਸ ਦੇ ਨਾਲ ਸ਼ੇਅਰ ਕਰੋ। ਥੋੜ੍ਹੀਆਂ ਜਿਹੇ ਵਿੱਚ ਕਲਾਸਾਂ ਇੱਕ ਦੋ ਕਲਾਸਿਸ ਦਾ ਗੈਪ ਆਇਆ ਕਿਉਂਕਿ ਥੋੜ੍ਹਾ ਲੈਪਟਾਪ ਦੇ ਵਿੱਚ ਮੇਰੇ ਲੈਪਟਾਪ ਦੇ ਵਿੱਚ ਸਲਾਈਡ ਬਣਾਉਣ ਦੇ ਵਿੱਚ ਦਿੱਕਤ ਹੋ ਗਈ ਸੀ। ਥੋੜ੍ਹਾ ਟੈਕਨੀਕਲ ਇਸ਼ੂ ਆ ਗਿਆ ਸੀ ਲੈਪਟਾਪ ਦੇ ਵਿੱਚ। ਤਾਂ ਹੁਣ ਤੋਂ ਮੈਂ ਮੇਕ ਸ਼ੋਰ ਕਰੂੰਗੀ ਕਿ ਤੁਹਾਡੀ ਕਲਾਸਿਸ ਰੈਗੂਲਰ ਰਹਿਣ ਅਤੇ ਮੇਰੇ ਐਂਡ ਤੋਂ ਕੋਈ ਵੀ ਦਿੱਕਤ ਨਾ ਆਵੇ ਤੁਹਾਨੂੰ। ਚਲੋ ਆਪਾਂ ਸਟਾਰਟ ਕਰਦੇ ਹਾਂ। ਆਪਾਂ ਜਿਵੇਂ ਕਿ ਪ੍ਰਨਾਊਂਸ ਕਰ ਰਹੇ ਸੀ, ਕੱਲ੍ਹ ਪ੍ਰਨਾਊਨ ਦਾ ਲਾਸਟ ਜਿਹੜਾ ਹੈਗਾ ਕੰਸੈਪਟ ਹੋਣਗੇ। ਪਲੱਸ ਮੈਂ ਕੋਸ਼ਿਸ਼ ਕਰ ਰਹੀ ਹਾਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਮਤਲਬ ਕਿ ਜੋ ਤੁਹਾਡੀ ਰਿਕੁਆਇਰਮੈਂਟਸ ਹੈ ਉਹ ਪੂਰੀ ਕਰਨ ਦੀ। ਬਟ ਫਿਰ ਮੈਂ ਵੀ ਤਾਂ ਇੱਕ ਇਨਸਾਨ ਹਾਂ, ਥੋੜ੍ਹਾ ਬਹੁਤ ਕਿਤੇ ਨਾ ਕਿਤੇ ਹੋ ਜਾਂਦਾ। ਤਾਂ ਜਲਦੀ ਤੋਂ ਜਲਦੀ ਸ਼ੇਅਰ ਕਰੋ ਇਸ ਨੂੰ। ਤਾਂ ਆਪਾਂ ਸਟਾਰਟ ਕਰਦੇ ਹਾਂ ਪ੍ਰਨਾਊਨਸ ਤੋਂ। ਮੈਨੂੰ ਉਮੀਦ ਹੈ ਕਿ ਅਗਰ ਤੁਹਾਡਾ ਵਿੱਚ ਗੈਪ ਪਿਆ ਤਾਂ ਤੁਸੀਂ ਜਿਹੜੀਆਂ ਪੁਰਾਣੇ ਲੈਕਚਰਸ ਆ ਉਹ ਜ਼ਰੂਰ ਰਿਵਾਈਜ਼ ਕਰ ਲਏ ਹੋਣਗੇ। ਜਿਹੜੇ ਵੀ ਪੁਰਾਣੇ ਟੌਪਿਕ ਆ ਉਹ ਜ਼ਰੂਰ ਰਿਵਾਈਜ਼ ਕਰ ਲਏ ਹੋਣਗੇ ਤਾਂ ਕਿ ਤੁਹਾਨੂੰ ਐਟਲੀਸਟ ਉਹਨਾਂ ਦੇ ਵਿੱਚ ਦਿੱਕਤ ਨਾ ਰਹੇ ਕਿ ਇਹ ਚੀਜ਼ ਹੈ ਜਿਹੜੀ ਕਿੱਥੇ ਯੂਜ਼ ਹੋਣੀ ਚਾਹੀਦੀ ਹੈ, ਕਿਹੜਾ ਟੈਂਸ ਕਿੱਥੇ ਯੂਜ਼ ਹੋਣਾ ਚਾਹੀਦਾ, ਇਹ ਸਭ ਕੁਝ। ਹੁਣ ਆਪਾਂ ਕਰਦੇ ਹਾਂ ਰਿਲੇਟਿਵ ਪ੍ਰਨਾਊਨਸ। ਰਿਲੇਟਿਵ ਪ੍ਰਨਾਊਨਸ ਇੱਕ ਪ੍ਰਨਾਊਨ ਦਾ ਆਪਣੇ ਕੋਲ ਕੀ ਹੈ, ਟਾਈਪ ਹੈ। ਪ੍ਰਨਾਊਨ ਆਪਾਂ ਨੂੰ ਪਤਾ ਹੀ ਹੈ, ਪੜਨਾਮ ਜਿਵੇਂ ਕਿ ਹੀ ਸ਼ੀ ਇਟ ਜਿਹੜਾ ਆਪਣਾ ਯੂਜ਼ ਕੀਤਾ ਜਾਂਦਾ। ਹੁਣ ਆਪਾਂ ਦੇਖਦੇ ਹਾਂ ਰਿਲੇਟਿਵ ਪ੍ਰਨਾਊਨ ਹੈ ਜਿਹੜੇ ਆਪਣੇ ਕੰਪੀਟੀਟਿਵ ਲਾਈਨ ਮਤਲਬ ਕਿ ਹੁੰਦੇ ਕੀ ਚੀਜ਼ ਹੈ, ਹੂ, ਵਿਚ ਐਂਡ ਦੈਟ। ਲਾਸਟ 'ਤੇ ਵੈਨ ਐਂਡ ਵੇਅਰ ਵੀ ਕਰਾਂਗੇ ਲੇਕਿਨ ਉਹ ਜਿਹੜੇ ਕੁਐਸਚਨ ਇੰਨੇ ਜ਼ਿਆਦਾ ਆਉਂਦੇ ਨਹੀਂ ਹੈ। ਪਲੱਸ ਕੀ ਹੈ, ਵੈਨ ਐਂਡ ਵੇਅਰ ਆਪਾਂ ਨੂੰ ਚੰਗੀ ਤਰ੍ਹਾਂ ਕਲੀਅਰ ਹੁੰਦਾ ਕਿ ਕਿੱਥੇ ਯੂਜ਼ ਕੀਤਾ ਜਾਂਦਾ। ਹੂ ਜਿਹੜਾ ਹੁੰਦਾ ਨਾ ਹਿਊਮਨ ਬੀਇੰਗਸ ਵਾਸਤੇ, ਜਿਹਨੂੰ ਆਪਾਂ ਪੀਪਲ ਕਹਿ ਦਿੰਦੇ ਹਾਂ, ਉਹਨਾਂ ਵਾਸਤੇ ਯੂਜ਼ ਕੀਤਾ ਜਾਂਦਾ। ਵਿਚ ਹੈ ਜਿਹੜਾ ਐਨੀਮਲ ਵਾਸਤੇ, ਐਨੀਮਲ ਚਾਹੇ ਲਿਵਿੰਗ ਬੀਇੰਗ ਹੈ ਲੇਕਿਨ ਉਹਦੇ ਨਾਲ ਹੂ ਨਹੀਂ ਯੂਜ਼ ਕੀਤਾ ਜਾਂਦਾ, ਉਹਨਾਂ ਨੂੰ ਕੀ ਯੂਜ਼ ਕੀਤਾ ਜਾਂਦਾ ਵਿਚ ਅਤੇ ਥਿੰਗਸ ਦੇ ਨਾਲ ਵੀ ਵਿਚ ਹੈ ਜਿਹੜਾ ਕਿ ਯੂਜ਼ ਕੀਤਾ ਜਾਂਦਾ। ਜਿਹੜਾ ਦੈਟ ਹੁੰਦਾ ਉਹ ਹੂ ਪਲੱਸ ਵਿਚ ਦੋਨਾਂ ਦੀ ਜਗ੍ਹਾ 'ਤੇ ਹੀ ਯੂਜ਼ ਕੀਤਾ ਜਾ ਸਕਦਾ, ਜਿਵੇਂ ਕਿ ਪੀਪਲ, ਐਨੀਮਲ, ਥਿੰਗ ਐਂਡ ਇਨਫੋਰਮਲ। ਹੁਣ ਹੂ ਕਿੱਥੇ ਯੂਜ਼ ਕਰਨਾ ਹੈ, ਵਿਚ ਕਿੱਥੇ ਯੂਜ਼ ਕਰਨਾ, ਦੈਟ ਕਿੱਥੇ ਕਰਨਾ, ਉਹ ਸਾਰੀਆਂ ਚੀਜ਼ਾਂ ਆਪਾਂ ਪੜ੍ਹਦੇ ਹਾਂ। ਦੇਖੋ ਜਿਵੇਂ ਕਿ ਵੀ ਡੋਂਟ ਨੋ ਦ ਪਰਸਨ ਹੂ ਡੋਨੇਟਡ ਦਿਸ ਮਨੀ। ਹੁਣ ਦੇਖੋ ਕਹਿੰਦੇ ਵੀ ਡੋਂਟ ਨੋ, ਅਸੀਂ ਨਹੀਂ ਜਾਣਦੇ, ਦ ਪਰਸਨ ਉਸ ਪਰਸਨ ਨੂੰ, ਹੁਣ ਹੂ ਕਿਸ ਲਈ ਯੂਜ਼ ਹੋਇਆ, ਜਿਹੜਾ ਉਸ ਤੋਂ ਪਹਿਲਾਂ ਜਿਹਦੇ ਬਾਰੇ ਗੱਲ ਕਹੀ ਗਈ ਹੈ, ਠੀਕ ਹੈ। ਦ ਪਰਸਨ ਬਾਰੇ ਮਤਲਬ ਕਿ ਉਸ ਪਰਸਨ ਬਾਰੇ, ਡੋਨੇਟਡ ਦਿਸ ਮਨੀ ਜਿਹਨੇ ਕਿ ਇਹ ਜਿਹੜੀ ਪੈਸਾ ਜਿਹੜਾ ਉਹ ਡੋਨੇਟ ਕੀਤਾ ਮਤਲਬ ਕਿ ਦਾਨ ਕੀਤਾ। ਜਿਹੜੇ ਵੀ ਰਿਲੇਟਿਵ ਪ੍ਰਨਾਊਨ ਹੁੰਦੇ ਨਾ ਉਹ ਹਮੇਸ਼ਾ ਜਿਹੜਾ ਵੀ ਉਸ ਤੋਂ ਪਹਿਲਾਂ ਨਾਊਨ ਆ ਰਿਹਾ ਉਹਦੇ ਲਈ ਯੂਜ਼ ਕੀਤੇ ਜਾਂਦੇ ਆ। ਜਿਵੇਂ ਕਿ ਇੱਥੇ ਹੂ ਤੋਂ ਪਹਿਲਾਂ ਆਪਣੇ ਕੋਲ ਕੀ ਆ ਰਿਹਾ, ਪਰਸਨ ਕੀ ਹੋ ਗਿਆ, ਇਹਦਾ ਐਂਟੀਸੀਡੈਂਟ ਹੋ ਗਿਆ। ਕੀ ਹੋ ਗਿਆ, ਐਂਟੀਸੀਡੈਂਟ ਹੈ ਜਿਹੜਾ ਉਸਨੂੰ ਬੋਲ ਦਿੰਦੇ ਆ। ਇਹ ਚੀਜ਼ ਕੀ ਬਣ ਜਾਂਦੀ ਹੈ, ਐਂਟੀਸੀਡੈਂਟ ਹੈ ਜਿਹੜੀ ਉਹ ਬਣ ਜਾਂਦੀ ਹੈ, ਠੀਕ ਹੈ। ਤਾਂ ਹੂ ਜਿਹੜਾ ਯੂਜ਼ ਹੋਇਆ ਉਸ ਤੋਂ ਜਮਾਂ ਪਹਿਲਾਂ ਕੀ ਹੈ, ਦ ਪਰਸਨ ਲਈ ਯੂਜ਼ ਹੋ ਰਿਹਾ। ਜਿਵੇਂ ਕਿ ਦ ਬੋਏ, ਹੂ ਸਟੋਲ ਮਾਈ ਪਰਸ ਵਾਜ਼ ਅ ਸਟੂਡੈਂਟ, ਮਤਲਬ ਕਿ ਦ ਬੋਏ। ਹੁਣ ਆਪਾਂ ਹੂ ਕਿਹਦੇ ਲਈ ਯੂਜ਼ ਕਰ ਰਹੇ ਹਾਂ, ਬੋਏ ਲਈ। ਤਾਂ ਬੋਏ ਹੂ ਦਾ ਕੀ ਹੋ ਗਿਆ, ਐਂਟੀਸੀਡੈਂਟ ਹੋ ਗਿਆ। ਉਹ ਮੁੰਡਾ ਜਿਹਨੇ ਮੇਰਾ ਪਰਸ ਚੁਰਾਇਆ, ਮਤਲਬ ਕਿ ਹੂ ਲਿਵਿੰਗ ਬੀਇੰਗ ਲਈ, ਹਿਊਮਨ ਬੀਇੰਗ ਲਈ ਯੂਜ਼ ਹੁੰਦਾ। ਤਾਂ ਹੂ ਸਟੋਲ ਮਾਈ ਪਰਸ, ਜਿਹਨੇ ਮੇਰਾ ਪਰਸ ਚੁਰਾਇਆ, ਵਾਜ਼ ਅ ਸਟੂਡੈਂਟ, ਉਹ ਸਟੂਡੈਂਟ ਸੀ। ਹੁਣ ਸਟੋਲ ਕੀ ਆਪਣੇ ਕੋਲ ਹੁੰਦਾ, ਸਟੋਲ ਐਂਡ ਸਟੋਲਨ ਕਿ ਇੱਥੇ V2 ਮਤਲਬ ਕਿ ਪਾਸਟ ਟੈਂਸ ਯੂਜ਼ ਕੀਤਾ ਗਿਆ। ਸਟੀਲ ਦਾ ਮਤਲਬ ਹੁੰਦਾ ਚੁਰਾਣਾ, ਸਟੋਲ ਉਸਦੀ ਕੀ ਹੁੰਦੀ ਹੈ, ਵਰਬ ਦੀ ਸੈਕਿੰਡ ਫਾਰਮ ਹੈ ਜਿਹੜੀ ਆਪਾਂ ਯੂਜ਼ ਕਰਦੇ ਹਾਂ। ਨੈਕਸਟ ਆਪਣੇ ਕੋਲ ਯੂ ਨੀਡ ਟੂ ਟਿਕ ਦ ਬਾਕਸ ਵਿਚ ਸੇਜ਼ ਯੈਸ। ਹੁਣ ਅਗਰ ਆਪਾਂ ਦੇਖੀ ਜਾਵੇ ਮੈਂ ਵਿਚ ਦਾ ਯੂਜ਼ ਕਰ ਰਹੀ ਹਾਂ ਅਤੇ ਜਿਹੜਾ ਦ ਬਾਕਸ ਹੈ ਉਹ ਆਪਣੇ ਕੋਲ ਕੀ ਹੈ, ਨੋਨ ਲਿਵਿੰਗ ਹੈ, ਮਤਲਬ ਕਿ ਜਿੰਦਾ ਨਹੀਂ ਹੈਗਾ, ਨੋਨ ਲਿਵਿੰਗ ਥਿੰਗ ਹੈ। ਕਹਿੰਦੇ ਯੂ ਨੀਡ ਟੂ ਟਿਕ, ਤੁਹਾਨੂੰ ਜ਼ਰੂਰਤ ਹੈ ਉਸ ਬਾਕਸ ਨੂੰ ਟਿਕ ਕਰਨ ਦੀ। ਵਿਚ ਸੇਜ਼ ਯੈਸ, ਜਿਹੜਾ ਮਤਲਬ ਕਿ ਵਿਚ ਮਤਲਬ ਜਿਹੜਾ ਯੈਸ ਕਹਿੰਦਾ, ਜਿੱਥੇ ਆਪਾਂ ਯੈਸ ਕਹਿੰਦੇ ਹਾਂ ਉੱਥੇ ਬਾਕਸ ਨੂੰ ਟਿਕ ਕਰਨ ਦੀ ਜ਼ਰੂਰਤ ਹੈ। ਤਾਂ ਬਾਕਸ ਕੀ ਹੈ, ਨੋਨ ਲਿਵਿੰਗ ਹੈ। ਤਾਂ ਆਪਾਂ ਇੱਥੇ ਹੂ ਦਾ ਯੂਜ਼ ਨਾ ਕਰਕੇ ਕੀ ਯੂਜ਼ ਕੀਤਾ, ਵਿਚ ਦਾ ਐਂਟੀਸੀਡੈਂਟ ਕੀ ਹੋ ਗਿਆ ਆਪਣੇ ਕੋਲ, ਬਾਕਸ ਹੈ ਜਿਹੜਾ ਇੱਥੇ ਹੋ ਗਿਆ। ਜਿਵੇਂ ਕਿ ਦ ਡੌਗ ਵਿਚ ਆਈ ਹੈਵ ਬੋਟ ਇਜ਼ ਬਲੈਕ। ਹੁਣ ਜਿਵੇਂ ਕਿ ਡੋਗ ਚਾਹੇ ਉਹ ਲਿਵਿੰਗ ਬੀਇੰਗ ਹੈ ਲੇਕਿਨ ਉਹਦੇ ਨਾਲ ਕੀ ਯੂਜ਼ ਕੀਤਾ ਜਾਂਦਾ, ਵਿਚ ਦਾ ਯੂਜ਼ ਹੈ ਜਿਹੜਾ ਕੀਤਾ ਜਾਂਦਾ। ਦ ਡੌਗ ਵਿਚ ਆਈ ਹੈਵ ਬੋਟ। ਹੁਣ ਇੱਥੇ ਬਾਏ ਦੀ ਸੈਕਿੰਡ ਫਾਰਮ ਕੀ ਹੈ, ਬੋਟ, ਮਤਲਬ ਕਿ ਬਾਏ ਦਾ ਮਤਲਬ ਖਰੀਦਣਾ, ਲੈ ਕੇ ਆਇਆ। ਉਹ ਕੀ ਹੈ, ਬਲੈਕ ਕਲਰ ਦਾ, ਜਿਹੜਾ ਉਹ ਖਰੀਦ ਕੇ ਲਿਆਇਆ ਉਹ ਬਲੈਕ ਕਲਰ ਦਾ। ਅਗਰ ਮੈਂ ਇੱਥੇ ਹੀ ਬਰੋਟ ਕਰ ਦਿੰਦੀ ਨਾ, ਸਿਰਫ ਆਰ ਦਾ ਫਰਕ ਪਿਆ, ਇਹਦਾ ਮਤਲਬ ਹੁੰਦਾ ਬ੍ਰਿੰਗ, ਬਰੋਟ, ਠੀਕ ਹੈ। ਬ੍ਰਿੰਗ ਮਤਲਬ ਲੈ ਕੇ ਆਉਣਾ, ਇੱਥੇ ਬੋਟ ਹੁੰਦੇ ਖਰੀਦ ਕੇ ਲੈ ਕੇ ਆਉਣਾ।
ਜਿਵੇਂ ਕਿ she blamed herself for everything that had happened। ਹੁਣ ਤੁਸੀਂ ਦੇਖੋ ਵਿੱਚ ਆਪਾਂ ਨੂੰ ਸਮਝ ਆ ਗਿਆ ਕਿ ਨੋਨ ਲਿਵਿੰਗ ਥਿੰਗ ਜਾਂ ਫਿਰ ਐਨੀਮਲ ਲਈ ਯੂਜ਼ ਹੁੰਦਾ ਹੈ, ਹੂ ਸਮਝ ਆ ਗਿਆ ਕਿ ਹਿਊਮਨ ਬੀਇੰਗ ਲਈ ਯੂਜ਼ ਹੁੰਦਾ ਹੈ। ਤਾਂ ਹੁਣ ਇਹ ਦੈਟ ਜਿਹੜੀ ਚਿੜੀ ਆ ਉਹ ਕਿੱਥੇ ਕਿੱਥੇ ਯੂਜ਼ ਕੀਤੀ ਜਾਂਦੀ ਹੈ। she blamed herself for everything that had happened। ਤਾਂ ਹੁਣ ਤੁਸੀਂ ਦੱਸੋ ਕਿ everything that had happened ਆਪਾਂ ਨੂੰ ਕੀ ਪਤਾ ਲੱਗੂ ਇੱਥੇ which ਯੂਜ਼ ਕਰਨਾ ਹੈ, who ਯੂਜ਼ ਕਰਨਾ ਹੈ, that ਕਰਨਾ ਹੈ। ਉਹਦੇ ਲਈ ਆਪਾਂ ਦੇਖਦੇ ਹਾਂ ਕਿ ਕੀ ਕੁਛ ਹੈ ਜਿਹੜਾ ਉਹ ਯੂਜ਼ ਹੋਣਾ ਚਾਹੀਦਾ ਹੈ। ਹੁਣ ਦੇਖਦੇ ਦੈਟ ਹੈ ਨਾ ਜਿਹੜੇ, ਇਹ ਥੋੜ੍ਹੇ ਜਿਹੇ ਕੀ ਵਰਡਸ ਹੁੰਦੇ ਆ, ਇਹਨਾਂ ਨੂੰ ਯਾਦ ਕਰ ਲੈਣਾ ਹੈ। ਯਾਦ ਇਨ ਦਾ ਸੈਂਸ ਕਿ ਐਵੇਂ ਨਹੀਂ ਕਿ ਰਟਨ ਬਹਿ ਜਾਓ, ਇਹਨੂੰ ਕੀ ਕਰਨਾ ਤੁਸੀਂ ਰਿਵਾਈਜ਼ ਕਰਦੇ ਰਹਿਣਾ। ਜੋ ਤੁਸੀਂ ਰਿਵਾਈਜ਼ ਕਰਦੇ ਰਹੋਗੇ ਨਾ ਤਾਂ ਤੁਹਾਨੂੰ ਇੱਥੇ ਆਟੋਮੈਟਿਕਲੀ ਜਦੋਂ ਆਊਗਾ ਨਾ ਤੁਹਾਨੂੰ ਪਤਾ ਲੱਗ ਜੂਗਾ ਕਿ ਇੱਥੇ ਵਿਚ ਜਾਂ ਹੂ ਨਹੀਂ ਯੂਜ਼ ਹੋਣਾ, ਦੈਟ ਯੂਜ਼ ਹੋਣਾ। ਠੀਕ ਹੈ, ਜਿਵੇਂ ਕਿ ਕਿੱਥੇ ਕਿੱਥੇ ਯੂਜ਼ ਹੋਗਾ, ਦ ਸੇਮ, ਦ ਫਿਊ, ਦ ਲਿਟਲ, ਓਨਲੀ, ਨਨ, ਸਮਥਿੰਗ, ਐਨੀਥਿੰਗ, ਐਵਰੀਥਿੰਗ, ਨਥਿੰਗ, ਸੁਪਰਲੇਟਿਵ ਡਿਗਰੀ, ਇਹਨਾਂ ਸਾਰਿਆਂ ਦੇ ਨਾਲ ਹੈ ਜਿਹੜਾ ਉਹ ਆਪਣਾ ਦੈਟ ਦਾ ਯੂਜ਼ ਹੈ ਜਿਹੜਾ ਕੀਤਾ ਜਾਂਦਾ। ਉਸ ਤੋਂ ਬਾਅਦ 'ਚ ਆਪਾਂ ਨੈਕਸਟ ਦੇਖਦੇ ਹਾਂ, ਜਿਵੇਂ ਕਿ ਇਟ ਇਜ਼ ਦੀ ਸੇਮ ਕੁੱਕਰ ਦੈਟ ਮਾਈ ਮਦਰ ਹੈਜ਼। ਹੁਣ ਦੇਖੋ ਇਟ ਇਜ਼ ਇੱਕ ਕੰਟਰੈਕਟਡ ਫੋਰਮ ਹੁੰਦੀ ਹੈ ਇਟ ਇਜ਼ ਦੀ, ਠੀਕ ਹੈ, ਕੰਟਰੈਕਟਡ ਫੋਰਮ ਹੈ। ਇਟ ਇਜ਼ ਦੀ ਸੇਮ ਕੁੱਕਰ, ਇਹ ਉਹੀ ਕੁੱਕਰ ਹੈ ਜਿਹੜਾ ਮੇਰੀ ਮੰਮੀ ਕੋਲ ਹੈ। ਠੀਕ ਹੈ, ਤਾਂ ਸੇਮ ਆ ਗਿਆ, ਸੇਮ ਦ ਸੇਮ ਦੇ ਨਾਲ ਦੱਸਿਆ ਕਿ ਦੈਟ ਦਾ ਯੂਜ਼ ਹੈ ਜਿਹੜਾ ਉਹ ਕੀਤਾ ਜਾਂਦਾ। ਜਿਵੇਂ ਕਿ ਦੇਖੋ ਦਿਸ ਇਜ਼ ਦੀ ਬੈਸਟ ਹੋਟਲ ਵਿਚ ਆਈ ਹੈਵ ਸੀਨ, ਮਤਲਬ ਕਿ ਇਹ ਸਭ ਤੋਂ ਬੈਸਟ ਹੈ ਜਿਹੜਾ ਕਿ ਹਜੇ ਤੱਕ ਮੈਂ ਦੇਖਿਆ ਹੋਟਲ। ਤਾਂ ਹੁਣ ਇਸ ਦੇ ਵਿੱਚ ਸਹੀ ਹੈ, ਗਲਤ ਹੈ, ਐਰਰ ਹੈ। ਜੇ ਐਰਰ ਹੈ ਤਾਂ ਕੀ ਐਰਰ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ? ਚਲੋ ਦੇਖਦੇ ਹਾਂ। ਇਸ ਦੇ ਵਿੱਚ ਜਿਹੜਾ ਹੈ ਐਰਰ ਹੈ ਉਹ ਵਿੱਚ ਨਹੀਂ ਦੈਟ ਯੂਜ਼ ਹੋਣਾ ਚਾਹੀਦਾ, ਕਿਉਂਕਿ ਮੈਂ ਹੁਣੀ ਦੱਸਿਆ ਤੁਹਾਨੂੰ ਸੁਪਰਲੇਟਿਵ ਦੇ ਨਾਲ ਵੀ ਕੀ ਹੈ ਆਪਣਾ ਦੈਟ ਦਾ ਯੂਜ਼ ਹੋਊਗਾ। ਹੁਣ ਆਪਣੇ ਕੋਲੇ ਸੁਪਰਲੇਟਿਵ ਮਤਲਬ ਕਿ ਗੁੱਡ, ਬੈਟਰ ਐਂਡ ਬੈਸਟ, ਇਹ ਹੁੰਦੀ ਹੈ ਫੋਰਮ। ਇਹ ਪੋਜ਼ੀਟਿਵ, ਕੰਪੈਰੇਟਿਵ ਐਂਡ ਬੈਸਟ ਕੀ ਹੋ ਗਿਆ ਆਪਣੇ ਕੋਲੇ ਸੁਪਰਲੇਟਿਵ। ਸੁਪਰਲੇਟਿਵ ਦੇ ਨਾਲ ਕੀ ਆਊਗਾ ਫਿਰ ਆਪਣਾ ਜਿਹੜਾ ਉਹ ਦੈਟ ਦਾ ਯੂਜ਼ ਹੋਣਾ ਚਾਹੀਦਾ। ਦਿਸ ਇਜ਼ ਦੀ ਬੈਸਟ ਹੋਟਲ ਦੈਟ ਆਈ ਹੈਵ ਸੀਨ। ਹੁਣ ਦੇਖੋ ਵਾਟ, ਹੁਣ ਆਪਾਂ ਕੀ ਕਰ ਲਿਆ, ਵਿਚ ਕਰ ਲਿਆ, ਹੂ ਕਰ ਲਿਆ, ਦੈਟ ਕਰ ਲਿਆ। ਵਿਚ ਹੈ ਜਿਹੜਾ ਐਨੀਮਲ ਜਾਂ ਫਿਰ ਨੋਨ ਲਿਵਿੰਗ ਲਈ ਯੂਜ਼ ਹੁੰਦਾ। ਹੂ ਹੈ ਜਿਹੜਾ ਉਹ ਲਿਵਿੰਗ ਲਈ ਯੂਜ਼ ਹੁੰਦਾ, ਮਤਲਬ ਕਿ ਹਿਊਮਨ ਬੀਇੰਗ, ਸਪੈਸ਼ਲੀ ਹਿਊਮਨ ਬੀਇੰਗ, ਲਿਵਿੰਗ ਨਹੀਂ ਕਹਾਂਗੇ, ਹਿਊਮਨ ਬੀਇੰਗ। ਦੈਟ ਹੈ ਜਿਹੜਾ ਵਿਚ ਅਤੇ ਹੂ ਦਾ ਮਿਕਸਚਰ ਹੈ। ਹੁਣ ਆਉਂਦਾ ਵਾਟ। ਵਾਟ ਕੀ ਹੈ ਆਪਣੇ ਕੋਲੇ? ਵਾਟ ਨਾ ਮੈਂ ਬਹੁਤ ਹੀ ਛੋਟੇ 'ਚ ਲਿਖਿਆ ਹੋਇਆ ਦ ਥਿੰਗ ਵਿੱਚ। ਵਾਟ ਦਾ ਮੀਨਿੰਗ ਹੀ ਹੁੰਦਾ ਦ ਥਿੰਗ ਵਿੱਚ। ਇਹ ਤੁਹਾਨੂੰ ਐਗਜ਼ਾਮਪਲ ਤੋਂ ਬਹੁਤ ਚੰਗੀ ਤਰ੍ਹਾਂ ਸਮਝ ਆਊਗਾ। ਮੈਂ ਐਗਜ਼ਾਮਪਲ ਦਿੱਤੀ ਹੈ ਜਿਵੇਂ ਕਿ ਯੂ ਕੈਨ ਟੇਕ ਦ ਫੂਡ ਵਾਟ ਯੂ ਵਾਂਟ, ਯੂ ਕੈਨ ਟੇਕ ਦ ਫੂਡ ਵਿਚ ਯੂ ਵਾਂਟ, ਯੂ ਕੈਨ ਟੇਕ ਵਾਟ ਯੂ ਵਾਂਟ। ਹੁਣ ਤੁਸੀਂ ਮੈਨੂੰ ਇਸ 'ਚ ਦੱਸ ਸਕਦੇ ਹੋ ਕਿਹੜਾ ਕਿਹੜਾ ਸੈਂਟੈਂਸ ਸਹੀ ਹੈ, ਕਿਹੜਾ ਗਲਤ ਹੈ। ਗਲਤ ਹੈ ਤਾਂ ਕਿਉਂ ਗਲਤ ਹੈ? 2 ਮਿੰਟ ਦੇਖੋ ਇਸਨੂੰ। ਅਗਰ ਇਸਨੂੰ ਧਿਆਨ ਨਾਲ ਦੇਖਿਆ ਜਾਵੇ ਨਾ ਤਾਂ ਆਹ ਵਾਲਾ ਜਿਹੜਾ ਸੈਂਟੈਂਸ ਉਹ ਗਲਤ ਹੈ, ਆਹ ਸਹੀ ਹੈ, ਆਹ ਸਹੀ ਹੈ। ਹੁਣ ਇਹਦਾ ਰੀਜ਼ਨ ਦੇਖਦੇ ਹਾਂ। ਇੱਥੋਂ ਸਟਾਰਟ ਕਰੀਏ। ਕਹਿੰਦੇ ਯੂ ਕੈਨ ਟੇਕ ਦੀ ਫੂਡ, ਕਹਿੰਦੇ ਤੁਸੀਂ ਉਹ ਖਾਣਾ ਲੈ ਸਕਦੇ ਹੋ ਵਿਚ ਯੂ ਵਾਂਟ, ਜਿਹੜਾ ਤੁਹਾਨੂੰ ਚਾਹੀਦਾ। ਹੁਣ ਵਿਚ ਕੀ ਹੈ ਆਪਣਾ ਫੂਡ ਵਾਸਤੇ ਯੂਜ਼ ਹੋਇਆ, ਲੇਕਿਨ ਜਦੋਂ ਵੀ ਵਾਟ ਦਾ ਕੇਸ ਹੁੰਦਾ ਵਾਟ ਦੇ ਨਾਲ ਕਦੇ ਵੀ ਐਂਟੀਸੀਡੈਂਟ ਹੈ ਜਿਹੜਾ ਉਹ ਯੂਜ਼ ਨਹੀਂ ਕੀਤਾ ਜਾਂਦਾ। ਠੀਕ ਹੈ, ਉਹਦੇ ਵਿੱਚ ਆਲਰੇਡੀ ਦਾ ਫੂਡ ਵਿੱਚ ਦੀ ਜਗ੍ਹਾ ਆਪਾਂ ਕੀ ਰਿਪਲੇਸ ਕਰਕੇ ਲਿਖ ਸਕਦੇ ਹਾਂ ਵਾਟ। ਕਹਿੰਦੇ ਨਾ ਆਪਾਂ ਕਹਿੰਦੇ ਵਟ ਐਵਰ ਯੂ ਵਾਂਟ ਯੂ ਕੈਨ ਟੇਕ, ਮਤਲਬ ਕਿ ਜੋ ਤੁਹਾਨੂੰ ਚਾਹੀਦਾ ਤੁਸੀਂ ਲੈ ਲਓ। ਆਪਾਂ ਸਪੈਸੀਫਾਈ ਤਾਂ ਨਹੀਂ ਕਰਦੇ। ਹੁਣ ਕਹਿੰਦੇ ਯੂ ਕੈਨ ਟੇਕ ਵਟ ਯੂ ਵਾਂਟ, ਕਹਿੰਦੇ ਤੁਸੀਂ ਕੁਛ ਵੀ ਲੈ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ। ਠੀਕ ਹੈ, ਇੱਥੋਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਯੂ ਕੈਨ ਮਤਲਬ ਕਿ ਜਿਹੜਾ ਵਟ ਹੁੰਦਾ ਹੈ ਉਹ ਨਾਊਨ ਜੋ ਵੀ ਹੁੰਦਾ ਹੈ ਪਲੱਸ ਵਿੱਚ ਦਾ ਮੀਨਿੰਗ ਹੀ ਆਪਣੇ ਕੋਲੇ, ਪੂਰੇ ਦਾ ਮੀਨਿੰਗ ਹੀ ਆਪਣੇ ਕੋਲੇ ਵਟ ਹੁੰਦਾ। ਜਾਂ ਤਾਂ ਫਿਰ ਉਹਨੂੰ ਲਿਖ ਲਓ ਦ ਥਿੰਗ ਵਿੱਚ, ਜੋ ਵਟ ਐਵਰ ਆਪਾਂ ਜਿਸ ਦੀ ਗੱਲ ਕਰ ਰਹੇ ਹਾਂ, ਜਾਂ ਫਿਰ ਦ ਥਿੰਗ ਵਿੱਚ ਲਿਖਣ ਦੀ ਬਜਾਏ ਕਿ ਲਿਖ ਲਓ ਵਾਟ ਦਾ ਯੂਜ਼ ਤੁਸੀਂ ਕਰ ਸਕਦੇ ਹੋ। ਹੁਣ ਆਪਾਂ ਅਸੈਪਸ਼ਨ 'ਤੇ ਚੱਲਦੇ ਹਾਂ। ਅਸੈਪਸ਼ਨ ਉਹ ਚੀਜ਼ ਹੁੰਦੀ ਹੈ ਜਿੰਨੇ ਰੂਲ ਕੀਤੇ ਨਾ ਉਸ ਤੋਂ ਇੱਕ ਅੱਧੀ ਵੱਖਰੀ ਚੀਜ਼ ਜਿਹੜੀ ਕਿ ਉਸ ਰੂਲਸ 'ਤੇ ਅਪਲਾਈ ਨਹੀਂ ਹੁੰਦਾ। ਜਿਵੇਂ ਕਿ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿਹਦੇ ਵਾਸਤੇ ਯੂਜ਼ ਹੁੰਦਾ, ਨੋਨ ਲਿਵਿੰਗ ਵਾਸਤੇ ਅਤੇ ਐਨੀਮਲ ਵਾਸਤੇ। ਬਟ ਮੈਂ ਇੱਥੇ ਕੀ ਕਰ ਰਹੀ ਹਾਂ, ਵਿਚ ਆਫ ਦੀ 2 ਸਟੂਡੈਂਟ ਇਜ਼ ਬੈਟਰ, ਵਿਚ ਆਫ ਦੀ 2 ਸਟੂਡੈਂਟਸ ਇਜ਼ ਬੈਟਰ। ਹੁਣ ਤੁਸੀਂ ਅਗਰ ਦੇਖੋ ਤਾਂ ਇਹ ਤਾਂ ਗਲਤ ਹੋਣਾ ਚਾਹੀਦਾ ਰੂਲਸ ਦੇ ਅਕੋਰਡਿੰਗ। ਲੇਕਿਨ ਜਦੋਂ ਵੀ ਆਪਾਂ ਲਿਵਿੰਗ ਬੀਇੰਗ ਹੋਣ ਅਤੇ ਉਹਨਾਂ 'ਚੋਂ ਆਪਾਂ ਸਿਲੈਕਸ਼ਨ ਦੀ ਗੱਲ ਕਰ ਰਹੇ ਹੋਈਏ ਤਾਂ ਉਦੋਂ ਵਿੱਚ ਦਾ ਯੂਜ਼ ਹੈ ਜਿਹੜਾ ਉਹ ਕਰ ਸਕਦੇ ਹਾਂ।
ਹੁਣ ਮੈਂ ਚਾਹੇ ਤਾਂ ਤੁਹਾਨੂੰ ਟਿਪੀਕਲ ਡੈਫੀਨੇਸ਼ਨ ਇੰਗਲਿਸ਼ ਲਿਖ ਸਕਦੀ ਸੀ, ਲੇਕਿਨ ਇਸ ਲਈ ਨਹੀਂ ਲਿਖੀ ਕਿ ਤੁਸੀਂ ਆਪਦੀ ਕੌਨਸੈਪਟ ਨੋਟਬੁੱਕ ਤਿਆਰ ਕਰੋ, ਉਸਨੂੰ ਆਪਦੀ ਭਾਸ਼ਾ ਦੇ ਵਿੱਚ ਲਿਖਣਾ ਸ਼ੁਰੂ ਕਰੋ ਕਿ ਕੀ ਚੀਜ਼ ਹੋਣੀ ਚਾਹੀਦੀ ਹੈ। ਠੀਕ ਹੈ, ਇਸ ਲਈ ਕੀਤਾ ਗਿਆ ਹੈ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਦਿੱਕਤ ਨਾ ਆਵੇ। ਉਸਦੇ ਨਾਲ ਐਗਜ਼ੈਂਪਲ ਜ਼ਰੂਰ ਲਿਖ ਲੈਣੀ ਹੈ ਤਾਂ ਕਿ ਅਗਰ ਤੁਹਾਨੂੰ ਉਹ ਲਿਖਿਆ ਹੋਇਆ ਕਈ ਵਾਰ ਸਮਝ ਨਹੀਂ ਆਉਂਦਾ ਤਾਂ ਉਸਦੇ ਨਾਲ ਤੁਸੀਂ ਐਗਜ਼ੈਂਪਲ ਦੇਖ ਕੇ ਤੁਹਾਨੂੰ ਜ਼ਰੂਰ ਸਮਝ ਆਵੇ। ਜਿਵੇਂ ਕਿ ਵਿਚ ਆਫ ਦੀ ਟੂ ਸਟੂਡੈਂਟ ਇਜ਼ ਬੈਟਰ। ਹੁਣ ਆਪਾਂ ਕਰਦੇ ਹਾਂ ਵੇਅਰ, ਵੈਨ ਐਂਡ ਵਾਈ। ਇਸ ਦਾ ਮੈਂ ਤੁਹਾਨੂੰ ਇੱਕੋ ਹੀ ਸਲਾਈਡ ਦੇ ਵਿੱਚ ਦੱਸੂੰਗੀ ਕਿਉਂਕਿ ਆਪਾਂ ਨੂੰ ਜ਼ਿਆਦਾ ਮਤਲਬ ਕਿ ਇਹ ਬਹੁਤ ਹੀ ਕਾਮਨ ਹੁੰਦਾ ਹੈ। ਵੇਅਰ ਹੈ ਜਿਹੜਾ ਉਹ ਪਲੇਸਿਸ ਵਾਸਤੇ ਯੂਜ਼ ਹੁੰਦਾ ਕਿ ਆਈ ਨੋ ਆ ਰੈਸਟੋਰੈਂਟ ਵੇਅਰ। ਹੁਣ ਹਮੇਸ਼ਾ ਜਿਹੜਾ ਵੀ ਰਿਲੇਟਿਵ ਪ੍ਰਨਾਊਨ ਹੁੰਦਾ ਐਂਟੀਸੀਡੈਂਟ ਵਾਸਤੇ ਯੂਜ਼ ਹੁੰਦਾ, ਬਟ ਬਸ ਵਟ ਹੈ ਜਿਹੜਾ ਉਹ ਨਹੀਂ ਯੂਜ਼ ਹੁੰਦਾ। ਆਈ ਨੋ ਆ ਰੈਸਟੋਰੈਂਟ ਵੇਅਰ ਦਾ ਫੂਡ ਇਜ਼ ਐਕਸਲੈਂਟ। ਵੈਨ ਹੁੰਦਾ ਜਿਹੜਾ ਟਾਈਮਸ, ਦੇਅਰ ਇਜ਼ਨਟ ਅ ਡੇ ਵੈਨ ਆਈ ਡੋਂਟ ਫੀਲ ਰਸ਼ਡ ਆਫ ਮਾਈ ਫੀਲ। ਕਹਿੰਦੇ ਕਿ ਇਹੋ ਜਿਹਾ ਕੋਈ ਦਿਨ ਨਹੀਂ ਜਦੋਂ ਮੈਨੂੰ ਐਂ ਨਹੀਂ ਲੱਗਿਆ ਕਿ ਮੈਨੂੰ ਕਾਹਲੀ ਨਹੀਂ ਹੈਗੀ। ਠੀਕ ਹੈ, ਤਾਂ ਕੀ ਕੀਤਾ ਹੋਇਆ, ਇਜ਼ਨਟ ਮਤਲਬ ਕਿ ਇਜ਼ ਨੋਟ ਕੀਤਾ ਹੋਇਆ, ਅਤੇ ਵੈਨ ਕਿਹਦੇ ਲਈ ਯੂਜ਼ ਕੀਤਾ ਹੋਇਆ, ਡੇ ਮਤਲਬ ਕਿ ਉਹ ਕੋਈ ਵੀ ਦਿਨ ਨਹੀਂ ਹੈਗਾ, ਦਿਨ ਮਤਲਬ ਕਿ ਟਾਈਮ ਉਹਨੂੰ ਯੂਜ਼ ਕੀਤਾ ਹੋਇਆ ਵੈਨ। ਵਾਈ ਆਪਾਂ ਨੂੰ ਰੀਜ਼ਨ ਪਤਾ ਹੀ ਹੈ, ਵਾਈ ਸੋ ਆਪਾਂ ਬਹੁਤ ਵਾਰੀ ਯੂਜ਼ ਵੀ ਕਰ ਲੈਂਦੇ ਹਾਂ, ਹੈ ਨਾ। ਵਾਈ ਜਿਹੜਾ ਰੀਜ਼ਨ ਵਾਸਤੇ ਹੁੰਦਾ, ਡੂ ਯੂ ਨੋ ਦਾ ਰੀਜ਼ਨ ਵਾਈ ਦਾ ਸ਼ੋਪ ਇਜ਼ ਕਲੋਜ਼ ਟੂਡੇ। ਕਹਿੰਦੇ ਰੀਜ਼ਨ ਪਤਾ ਹੈ ਕਿ ਸ਼ੋਪ ਕਿਉਂ ਬੰਦ ਹੈ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੇਅਰ, ਵੈਨ ਐਂਡ ਵਾਈ ਜਿਹੜਾ ਯੂਜ਼ ਕੀਤਾ ਜਾਂਦਾ। ਹੁਣ ਆਪਾਂ ਚੱਲਦੇ ਹਾਂ ਪੈਰਾਗ੍ਰਾਫ 'ਤੇ। ਪੈਰਾਗ੍ਰਾਫ ਮੈਂ ਹਿੰਦੂ 'ਚੋਂ ਚੱਕਿਆ। ਐਂਡ ਸੈਕਿੰਡ ਥਿੰਗ ਇਜ਼ ਦੈਟ ਕਿ ਜਿਹੜੇ ਬੱਚੇ ਕਹਿੰਦੇ ਆ ਵੋਕੈਬ ਮੈਮ ਵੋਕੈਬ, ਤਾਂ ਇਸ ਦੇ ਬਾਅਦ ਦੇ ਵਿੱਚ ਪੈਰਾਗ੍ਰਾਫ ਤੋਂ ਬਾਅਦ ਮੈਂ 4-5 ਜਿਹੜੇ ਵੋਕੈਬ ਦੇ ਵਰਡ ਵੀ ਲਿੱਤੇ, ਤਾਂ ਟੈਨਸ਼ਨ ਨਾ ਲਓ। ਅਤੇ ਮਤਲਬ ਕਿ ਆਪਾਂ ਜਲਦੀ ਹੀ ਜਿਹੜਾ ਹੈਗਾ ਲਾਈਵ ਸੈਸ਼ਨ ਲੈ ਕੇ ਆਉਣ ਵਾਲੇ ਹਾਂ, ਤਾਂ ਉਸਦੇ ਲਈ ਜਲਦੀ ਤੋਂ ਜਲਦੀ ਐਵੇਂ ਨਾ ਹੋਵੇ ਕਿ ਉਸਦੇ ਵਿੱਚ ਜਿਹੜੇ ਉਸ ਤੋਂ ਐਟਲੀਸਟ ਜਿੰਨੇ ਬੱਚੇ ਰੈਗੂਲਰ ਦੇਖ ਰਹੇ ਨਾ ਉਸਦਾ ਹਾਫ ਤਾਂ ਜਿਹੜਾ ਨਾ ਲਾਈਵ ਸੈਸ਼ਨ ਦੇ ਵਿੱਚ ਹੋਣੇ ਹੀ ਚਾਹੀਦੇ ਆ। ਅਤੇ ਇਸਨੂੰ ਆਪਦੇ ਜ਼ਿਆਦਾ ਤੋਂ ਜ਼ਿਆਦਾ ਫਰੈਂਡਸ ਦੇ ਨਾਲ ਸ਼ੇਅਰ ਕਰੋ। ਪਹਿਲੇ ਦਿਨ ਇੰਨਾ ਜ਼ਿਆਦਾ ਮਤਲਬ ਕਿ ਇੰਨਾ ਜ਼ਿਆਦਾ ਉਤਸ਼ਾਹ ਸੀ ਤੁਹਾਡੇ ਦੇ ਵਿੱਚ, ਅਤੇ ਲੇਕਿਨ ਜਿਹੜੇ ਜਿਵੇਂ ਕਲਾਸਿਸ ਜਾਂਦੀ ਹੈ ਤੁਸੀਂ ਤੁਹਾਡੇ ਬਿਲਕੁਲ ਹੀ ਘੱਟਦੇ ਜਾ ਰਹੇ ਹੋ। ਮਤਲਬ ਕਿ ਇੰਨੇ ਸਾਰੇ ਬੱਚਿਆਂ 'ਚੋਂ ਤੁਸੀਂ ਖੁਦ ਦੇਖੋ, ਆਪਾਂ ਸਟਾਰਟ ਕੀਤਾ ਸੀ ਕਿੱਥੋਂ ਅਤੇ ਆਪਾਂ ਕਿੱਥੇ ਚੱਲ ਰਹੇ ਹਾਂ। ਅਤੇ ਮਤਲਬ ਕਿ ਕੰਪੀਟੀਸ਼ਨ ਲਾਈਨ ਦੇ ਵਿੱਚ ਵੀ ਐਕਚੁਅਲੀ ਐਵੇਂ ਹੁੰਦਾ, ਫੋਰਮ ਭਰਨ ਵਾਲਾ ਬੱਚਾ ਜ਼ਿਆਦਾ ਹੁੰਦਾ, ਐਕਚੁਅਲ ਵੈਨਿਊ 'ਤੇ ਘੱਟ ਪਹੁੰਚਦਾ। ਵੈਨਿਊ ਵਿੱਚੋਂ ਜਿਹੜੇ ਪਹੁੰਚਣ ਵਾਲੇ ਹੁੰਦੇ ਉਸ 'ਚੋਂ ਤਾਂ ਸਿਰਫ 30% ਬੱਚਾ ਹੀ ਹੁੰਦਾ ਜਿਹੜਾ ਬਹੁਤ ਤਿਆਰੀ ਨਾਲ ਪਹੁੰਚਿਆ ਹੁੰਦਾ। ਬਾਕੀ ਤਾਂ ਸਿਰਫ ਕਾਫੀ ਤਾਂ ਐਵੇਂ ਹੁੰਦੇ ਚੱਲ ਦੇਖ ਆਉਂਦੇ ਟੈਸਟ ਕਿਵੇਂ ਦਾ ਸੀ, ਚੱਲ ਫੋਰਮ ਭਰਿਆ ਸੀ ਘਰਦਿਆਂ ਨੂੰ ਕੀ ਜਵਾਬ ਦੇਵਾਂਗੇ, ਟੈਸਟ ਤਾਂ ਦੇਖ ਕੇ ਹੀ ਆਉਣਾ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਤਾਂ ਹੁਣ ਤੁਸੀਂ ਇੱਥੋਂ ਖੁਦ ਦੇ ਸਕਦੇ ਹੋ ਕਿ ਸਟਾਰਟਿੰਗ ਤੋਂ ਚੱਲੇ ਅਤੇ ਇੱਥੋਂ ਤੱਕ ਹਜੇ ਤੱਕ ਜਿਹੜਾ ਬੱਚਾ ਰੈਗੂਲਰ ਹੈ ਨਾ ਉਹੀ ਮਤਲਬ ਇੰਗਲਿਸ਼ ਨੂੰ ਸਹੀ ਢੰਗ ਨਾਲ ਸਿੱਖ ਪਾ ਰਿਹਾ। ਜਿਹੜੇ ਬੱਚੇ ਸੋਚ ਰਹੇ ਨਾ ਕਿ ਜਦੋਂ ਪੇਪਰ ਨਿਕਲੂਗਾ ਉਦੋਂ ਕਰਾਂਗੇ, ਤਾਂ ਉਦੋਂ ਕੀ ਹੁੰਦਾ ਆਪਣੇ ਦਿਮਾਗ 'ਤੇ ਇੱਕ ਟੈਨਸ਼ਨ ਹੁੰਦੀ ਹੈ। ਸੈਕਿੰਡ ਥਿੰਗ ਕੀ ਹੁੰਦਾ, ਜਦੋਂ ਆਪਾਂ ਹੜਬੜਾਹਟ 'ਚ ਸਾਰੇ ਸਬਜੈਕਟ ਕਰਨਾ ਸ਼ੁਰੂ ਕਰਦੇ ਹਾਂ ਨਾ, ਤਾਂ ਉਦੋਂ ਆਪਣੇ ਥੋੜ੍ਹਾ ਜਿਹਾ ਕਹਿੰਦੇ ਥੋੜ੍ਹਾ ਜਿਹਾ ਰੀਸਟੋਰ ਘੱਟ ਕਰਨ ਪਾਉਂਦੇ ਹਾਂ। ਅਤੇ ਇੱਕ ਲੋਜੀਕਲ ਫੈਕਟ ਇਹ ਹੈ, ਅਗਰ ਆਪਾਂ ਪਹਿਲੀ ਵਾਰ ਜਦੋਂ ਕਰਦੇ ਨਾ ਉਦੋਂ ਸਿਰਫ ਆਪਾਂ ਨੂੰ 30% ਯਾਦ ਰਹਿੰਦਾ, ਲੇਕਿਨ ਜਦੋਂ ਆਪਾਂ ਦੁਬਾਰਾ ਰਿਪੀਟ ਕਰਦੇ ਤਾਂ ਜਾ ਕੇ 100% ਜਿਹੜਾ ਆਪਾਂ ਯਾਦ ਰਹਿਣਾ ਸ਼ੁਰੂ ਹੋ ਜਾਂਦਾ। ਜਿਵੇਂ ਕਿ ਆਪਣੇ ਪੇਪਰ 'ਚ ਹੁੰਦਾ ਸੀ ਨਾ, ਆਪਾਂ ਇੰਨਾ ਕੁਛ ਯਾਦ ਕਰਕੇ ਲੈਂਦੇ ਸੀ, ਲੇਕਿਨ ਉੱਥੇ ਕੀ ਹੁੰਦਾ ਸੀ ਅੱਧਾ ਹੀ ਯਾਦ ਆਉਂਦਾ ਸੀ। ਉਹ ਡੈਟਸ ਵਾਈ ਕਿਉਂਕਿ ਆਪਾਂ ਰਿਵੀਜ਼ਨ ਨਹੀਂ ਕਰਦੇ ਸੀ ਉਸਦੀ ਚੰਗੀ ਤਰ੍ਹਾਂ। ਚਲੋ ਨੈਕਸਟ ਚੱਲਦੇ ਹਾਂ, ਜ਼ਿਆਦਾ ਟਾਈਮ ਨਹੀਂ ਲੈਂਦੇ ਆਪਾਂ ਚੱਲਦੇ ਹਾਂ। ਤਾਂ ਹੁਣ ਆਪਣੇ ਕੋਲ ਹੈਗਾ ਓਫੁਲ ਸਾਇਲੈਂਸ ਔਨ ਇੰਡੀਆ ਚਾਈਨਾ ਸੈਂਡ ਆਫ। ਪਹਿਲੀ ਗੱਲ ਤਾਂ ਇਸਦਾ ਟਾਈਟਲ ਦੇ ਵਿੱਚ ਹੀ ਦੋ ਵੋਕੈਬ ਦੇ ਵਰਡ ਸੀ ਜਿਹੜੇ ਸਮਝਣੇ ਜ਼ਰੂਰੀ ਸੀ। ਓਫੁਲ ਦਾ ਮੀਨਿੰਗ ਕੀ ਹੁੰਦਾ, ਓਫੁਲ ਦਾ ਮਤਲਬ ਹੁੰਦਾ ਭਿਆਨਕ, ਜਾਂ ਫਿਰ ਕਹਿੰਦੇ ਨੇ ਵੈਰੀ ਬੈਡ ਔਰ ਅਨਪਲੀਜ਼ੈਂਟ। ਕਹਿੰਦੇ ਓਫੁਲ ਸਾਇਲੈਂਸ ਕਹਿੰਦੇ ਨਾ ਇੱਕ ਜਿਹੜੀ ਤਬਾਹੀ ਤੋਂ ਪਹਿਲਾਂ ਵਾਲੀ ਸਨਾਟਾ ਹੁੰਦਾ ਉਹ ਵਾਲਾ ਟਾਈਪ, ਮਤਲਬ ਕਿ ਓਫੁਲ ਸਾਇਲੈਂਸ ਮਤਲਬ ਕਿ ਇੱਕ ਭਿਆਨਕ ਸਾਇਲੈਂਸ ਹੈ। ਔਨ ਇੰਡੀਆ ਚਾਈਨਾ ਸਟੈਂਡ ਆਫ, ਇੰਡੀਆ ਚਾਈਨਾ ਸਟੈਂਡ ਆਫ ਦਾ ਮਤਲਬ ਕੀ ਹੈ। ਹੁਣ ਸਟੈਂਡ ਆਫ ਦਾ ਨਾ ਵੈਸੇ ਮੈਂ ਬਹੁਤ ਕੋਸ਼ਿਸ਼ ਕੀਤੀ ਮੈਂ ਪੰਜਾਬੀ ਦੇ ਵਿੱਚ ਐਗਜ਼ੈਕਟ ਇਸਦਾ ਮੀਨਿੰਗ ਹੈ ਜਿਹੜਾ ਉਹ ਲੱਭ ਲਾਂ, ਲੇਕਿਨ ਐਗਜ਼ੈਕਟ ਮੀਨਿੰਗ ਮੈਨੂੰ ਮਿਲਿਆ ਨਹੀਂ, ਤਾਂ ਕਰਕੇ ਆਪਾਂ ਨੂੰ ਇਸ ਦੇ ਵਿੱਚ ਹੀ ਚੱਲਣਾ ਪਊ। ਸਟੈਂਡ ਆਫ ਦਾ ਮਤਲਬ ਹੁੰਦਾ ਇਹੋ ਜਿਹੀ ਸਿਚੁਏਸ਼ਨ, ਠੀਕ ਹੈ, ਨਾ ਤਾਂ ਕੋਈ ਕੰਪੀਟੀਸ਼ਨ 'ਚ ਜਿੱਤਿਆ ਨਾ ਕੋਈ ਹਾਰਨ ਨੂੰ ਤਿਆਰ ਹੈ, ਜਿਹੜੀ ਵਿੱਚ ਦੀ ਆਰਗਿਊਮੈਂਟ ਚੱਲ ਰਹੀ ਹੁੰਦੀ ਹੈ ਨਾ, ਠੀਕ ਹੈ, ਉਹਨੂੰ ਬੋਲਦੇ ਸਟੈਂਡ ਆਫ। ਜਿਵੇਂ ਕਿ ਆਪਣੇ ਦੋ ਭੈਣ ਭਰਾਵਾਂ ਦੇ ਵਿੱਚ ਲੜਾਈ ਹੋਈ ਹੈ, ਨਾ ਕੋਈ ਜਿੱਤਿਆ, ਠੀਕ ਹੈ, ਅਤੇ ਨਾ ਹੀ ਕੋਈ ਮਤਲਬ ਕਿ ਜ਼ਿਆਦਾ ਭਿਆਨਕ ਲੜਾਈ ਹੋਈ ਹੈ, ਲੇਕਿਨ ਉਸ ਤੋਂ ਪਹਿਲਾਂ ਜਿਹੜੀ ਆਰਗਿਊਮੈਂਟ ਚੱਲ ਰਹੀ ਹੈ ਨਾ ਉਸਨੂੰ ਬੋਲਾਂਗੇ ਸਟੈਂਡ ਆਫ। ਅ ਸਿਚੁਏਸ਼ਨ ਇਨ ਵਿਚ ਨੀਦਰ ਸਾਈਡ ਹੈਜ਼
वो ना कंपटीशन और आर्ग्यूमेंट, मतलब कि ਇਹ ਜਾਂ मतलब कि ਦੋਨਾਂ 'ਚ ਕੋਈ ਤਾਂ ਨਾ ਤਾਂ ਕੋਈ कंपटीशन ਜਿੱਤੇ and or occasion when someone prevent official from acting usually by threatening violence, ਜਾਂ ਫਿਰ ਆਪਾਂ ਸਟੈਂਡ ਆਫ ਉਦੋਂ ਵੀ ਯੂਜ਼ ਕਰ ਸਕਦੇ ਹਾਂ ਜਦੋਂ ਆਪਾਂ ਕਿਸੇ ਨੂੰ ऑफिशियल ਬੰਦੇ ਨੂੰ ਧਮਕੀ ਦੇ ਕੇ ਕੰਮ ਕਰਨ ਤੋਂ ਰੋਕ ਰਹੇ ਹੋਈਏ। एग्जाम्पल तो जमा समझ आऊगा, शी लॉक्ड हर सैल्फ इन द हाउस, उसने आपदे आप ਨੂੰ ਹਾਊਸ 'ਚ ਬੰਦ ਕਰ ਲਿਆ ਘਰ ਦੇ ਵਿੱਚ। बट आफ्टर अ ब्रीफ स्टैंड ऑफ, आफ्टर अ ब्रीफ स्टैंड ऑफ ਦਾ ਮਤਲਬ ਹੋ ਗਿਆ ਥੋੜ੍ਹੀ ਬਹੁਤ ਆਰਗੂਮੈਂਟਸ, मतलब कि ਇੱਕ ਦੂਜੇ ਨਾਲ ਗੱਲ ਕਰਨਾ, ਬਹਿਸ ਕਰਨ ਤੋਂ ਬਾਅਦ ਪੁਲਿਸ ਕਨਵਿੰਸਡ ਹਰ ਟੂ ਕਮ ਆਊਟ, ਪੁਲਿਸ ਨੇ ਉਸਨੂੰ ਕਨਵਿੰਸ ਕਰ ਲਿਆ ਗਰਲ ਨੂੰ ਬਾਹਰ ਆਉਣ ਲਈ। ਤਾਂ ਸਟੈਂਡ ਆਫ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਤੁਹਾਨੂੰ। ਚੱਲਦੇ ਹਾਂ ਹੁਣ ਆਪਾਂ। ਨੀਅਰਲੀ ਅ ਮੰਥ ਆਫਟਰ ਦੀ ਫਸਟ ਸਕ੍ਰਿਮਿਸ਼ਿਸ, ਵੈਸੇ ਕਾਫੀ ਵਾਰ ਹੁੰਦਾ ਹੈ ਜਿਹੜੇ ਵੀ ਰਿਟਨ ਨਿਊਜ਼ਪੇਪਰ, ਮਤਲਬ ਕਿ ਜਿਹੜਾ ਰਿਟਨ ਆਪਾਂ ਪ੍ਰਿੰਟ ਮੀਡੀਆ ਜਿਸ ਨੂੰ ਬੋਲਦੇ ਨਿਊਜ਼ਪੇਪਰ, ਉਸ 'ਤੇ ਆਪਾਂ ਰਿਲਾਈ ਕਰ ਸਕਦੇ ਹਾਂ। ਲੇਕਿਨ ਕਈ ਵਾਰ ਕੀ ਹੁੰਦਾ, ਗਲਤੀਆਂ ਆਉਣ ਦੇ ਚਾਂਸ ਹੈ ਜਿਹੜੇ ਉਹ ਰਹਿੰਦੇ ਹੈ, ਠੀਕ ਹੈ। ਜਿਵੇਂ ਕਿ ਨੀਅਰਲੀ ਅ ਮੰਥ ਆਫਟਰ ਦੀ ਫਸਟ ਸਕ੍ਰਿਮਿਸ਼ਿਸ ਨਹੀਂ ਹੋਣਾ ਚਾਹੀਦਾ, ਫਸਟ ਸਕ੍ਰਿਮਿਸ਼ ਹੋਊਗਾ। ਸਕ੍ਰਿਮਿਸ਼ਿਸ ਜਦੋਂ ਤਾਂ ਬਹੁਤ ਸਾਰੀਆਂ ਹੋ ਜਾਂਦੀਆਂ ਹੈ ਨਾ ਤਾਂ ਹੁੰਦਾ। ਸਕ੍ਰਿਮਿਸ਼ ਮਤਲਬ ਕਿ ਝੜਪ ਜਿਹਨੂੰ ਆਪਾਂ ਬੋਲਦੇ ਹਾਂ, ਝੜਪ ਹੁੰਦਾ ਇਸਦਾ ਮਤਲਬ। ਕਹਿੰਦੇ ਕਿ ਪਹਿਲੀ ਝੜਪ ਤੋਂ 1 ਮਹੀਨੇ ਬਾਅਦ ਆਉਂਦਾ LAC ਹੁਣ ਇੱਥੇ ਸ਼ਾਰਟ ਫਾਰਮ ਦਿੱਤੀ ਹੋਈ ਹੈ, ਲਾਈਨ ਆਫ ਐਕਚੁਅਲ ਕੰਟਰੋਲ ਬਿਟਵੀਨ ਇੰਡੀਆ ਐਂਡ ਚਾਈਨਾ ਸੋਲਜਰਸ ਵਰ ਰਿਪੋਰਟਡ ਦ ਸਿਚੁਏਸ਼ਨ ਔਨ ਦ ਗਰਾਊਂਡ ਸਟਿਲ ਅਪੀਅਰਸ ਟੂ ਬੀ ਟੈਂਸ। ਕਹਿੰਦੇ ਕਿ ਹੁਣ ਤੁਹਾਨੂੰ ਚੰਗੀ ਤਰ੍ਹਾਂ ਸਮਝ ਥੋੜ੍ਹਾ ਬਹੁਤ ਆਉਣ ਲੱਗ ਗਿਆ ਹੋਣਾ। ਕਹਿੰਦੇ ਕਿ ਇੱਕ ਪਹਿਲੀ ਝੜਪ ਤੋਂ 1 ਮਹੀਨੇ ਬਾਅਦ ਵੀ ਲਾਈਨ ਆਫ ਐਕਚੁਅਲ ਕੰਟਰੋਲ ਦੇ ਵਿੱਚ ਜਿਹੜੀ ਕਿ ਇੰਡੀਆ ਚਾਈਨਾ ਸੋਲਜਰਸ ਦੇ ਵਿਚਾਲੇ ਹੈ, ਉੱਥੋਂ ਦੇ ਸੋਲਜਰਸ ਨੇ ਰਿਪੋਰਟ ਕੀਤਾ ਹੈ, ਵਰ ਰਿਪੋਰਟਡ। ਸੋਲਜਰਸ ਜ਼ਿਆਦਾ ਉਹਨਾਂ ਨੇ ਰਿਪੋਰਟ ਕੀਤਾ ਸੀ, ਵਰ ਰਿਪੋਰਟਡ। ਹੁਣ ਇੱਥੇ ਵਰ ਦੇ ਨਾਲ ING ਕਿਉਂ ਨਹੀਂ ਲਾਇਆ, ਉਹ ਆਪਾਂ ਨੂੰ ਅਗਲੇ ਕਲਾਸਿਸ 'ਚ ਪਤਾ ਲੱਗੂਗਾ, ਕਿਉਂਕਿ ਉੱਥੇ ਕੀ ਆਉਣਾ ਚਾਹੀਦਾ ਆਪਾਂ ਨੂੰ, ਮਤਲਬ ਕਿ ਐਕਟਿਵ ਪੈਸਿਵ ਇਹ ਸਭ ਦਾ ਯੂਜ਼ ਆਪਾਂ ਸਿੱਖਾਂਗੇ। ਵਰ ਰਿਪੋਰਟਡ ਦ ਸਿਚੁਏਸ਼ਨ ਔਨ ਦ ਗਰਾਊਂਡ ਸਟਿਲ ਅਪੀਅਰਸ ਟੂ ਬੀ ਟੈਂਸ। ਹੁਣ ਇੱਥੇ ਅਪੀਅਰਿੰਗ ਕਿਉਂ ਨਹੀਂ ਆਇਆ, ਕਿਉਂਕਿ ਸਟੇਟਿਵ ਵਰਬ ਹੈ, ਆਪਾਂ ਕੀਤਾ ਹੋਇਆ, ਠੀਕ ਹੈ। ਕਹਿੰਦੇ ਜਿਹੜੀ ਸਿਚੁਏਸ਼ਨ ਹੈ ਗਰਾਊਂਡ 'ਤੇ ਮਤਲਬ ਮੈਦਾਨ ਦੇ ਵਿੱਚ ਹਜੇ ਵੀ ਜਿਹੜੀ ਹੈ ਨਾ ਸਾਨੂੰ ਮਤਲਬ ਕਿ ਟੈਨਸ਼ਨ ਭਰੀ ਲੱਗ ਰਹੀ ਹੈ, ਸਟਿਲ ਅਪੀਅਰਸ ਟੂ ਬੀ ਟੈਂਸ, ਠੀਕ ਹੈ। ਹੁਣ ਆਪਾਂ ਚੱਲਦੇ ਹਾਂ। ਵਾਈਲ ਦੇਅਰ ਹੈਜ਼ ਬੀਨ ਨੋ ਔਫੀਸ਼ੀਅਲ ਐਕਸਪਲੇਨੇਸ਼ਨ, ਵਾਈਲ ਮਤਲਬ ਕਿ ਹਜੇ ਤੱਕ ਕੋਈ ਵੀ ਔਫੀਸ਼ੀਅਲ ਐਕਸਪਲੇਨੇਸ਼ਨ ਨਹੀਂ ਹੈਗੀ ਆਫ ਵਟ ਹੈਜ਼ ਹੈਪਨ ਦੇਅਰ ਸਿੰਸ May 5। ਹੁਣ 5th May ਤੋਂ ਕੀ ਉੱਥੇ ਹੋਇਆ, ਸਿੰਸ ਇਸ ਲਈ ਯੂਜ਼ ਕੀਤਾ ਗਿਆ ਕਿਉਂਕਿ ਐਗਜ਼ੈਕਟ ਦਿਨ ਦਿੱਤਾ ਹੋਇਆ ਆਪਾਂ ਨੂੰ, ਤਾਂ ਸਿੰਸ ਦਾ ਯੂਜ਼ ਕੀਤਾ ਗਿਆ। ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਹੈ ਉੱਥੇ ਹਜੇ ਤੱਕ ਕੀ ਹੋਇਆ। ਸਿੰਸ ਦੇ ਨਾਲ ਮੈਂ ਤੁਹਾਨੂੰ ਦੱਸਿਆ ਹੈਜ਼ ਜਾਂ ਹੈਡ ਮਤਲਬ ਕਿ ਪਰਫੈਕਟ ਟੈਂਸ ਦਾ ਯੂਜ਼ ਕੀਤਾ ਜਾਂਦਾ, ਕਿਉਂਕਿ ਆਪਾਂ ਪ੍ਰੈਜ਼ੈਂਟ 'ਚ ਗੱਲ ਕਰ ਰਹੇ ਹਾਂ ਤਾਂ ਕਰਕੇ ਹੈਜ਼ ਪਲੱਸ V3 ਦਾ ਯੂਜ਼ ਕੀਤਾ ਗਿਆ। ਕਹਿੰਦੇ ਹਜੇ ਤੱਕ ਕੋਈ ਵੀ ਔਫੀਸ਼ੀਅਲ ਐਕਸਪਲੇਨੇਸ਼ਨ ਨਹੀਂ ਹੈਗੀ ਕਿ 5 ਮਈ ਤੋਂ ਉੱਥੇ ਕੀ ਕੁਛ ਹੋਇਆ। ਦ ਫਸਟ ਕਲੈਸ਼ ਐਂਡ ਪੈਂਗੋਂਗ ਸੋ ਲੇਕ was reported, there is enough information to conclude that this is the most serious such standoff India and China have seen in years। मतलब कि ਕਹਿੰਦੇ ਕਿ ਉਸ ਪੈਂਗੋਂਗ ਸਲੋ ਲੈਂਗ ਤੋਂ ਜਿਹੜੀ ਵੀ ਆਪਣੀ ਸੋ ਲੇਕ ਤੋਂ ਜਿਹੜੀ ਵੀ ਪਹਿਲੀ ਕਲੈਸ਼ ਹੋਈ, ਪਹਿਲੀ ਕਲੈਸ਼ ਦਾ ਮਤਲਬ ਹੁੰਦਾ ਆਮਨੇ ਸਾਹਮਣੇ ਆਉਣਾ ਹੈ ਨਾ, ਟੱਕਰ ਹੋਣੀ। ਪਹਿਲੀ ਟੱਕਰ ਹੋਈ ਤਾਂ ਉਹਦੇ 'ਚੋਂ ਆਪਾਂ ਨੂੰ ਇੰਨੀ ਸਾਰੀ ਇਨਫੋਰਮੇਸ਼ਨ ਮਿਲ ਗਈ ਸੀ ਜਿਹਦੇ ਤੋਂ ਆਪਾਂ ਕਨਕਲੂਡ ਮਤਲਬ ਕਿ ਸਾਰ ਕੱਢ ਸਕਦੇ ਹਾਂ ਕਿ ਇਹ ਜਿਹੜਾ ਸਟੈਂਡ ਆਫ ਹੈ ਮਤਲਬ ਕਿ ਨਾ ਤਾਂ ਲੜਾਈ ਲੱਗੀ ਹੈ ਨਾ ਆਪਾਂ ਮਤਲਬ ਪਿੱਛੇ ਹਟ ਰਹੇ ਹਾਂ। ਜਿਹੜੀ ਵਿਚਲੀ ਆਪਣੀ ਤਕਰਾਰ ਚੱਲ ਰਹੀ ਹੈ ਇੰਡੀਆ ਅਤੇ ਚਾਈਨਾ ਦੇ ਵਿੱਚ, ਇਹ ਸਭ ਤੋਂ ਸੀਰੀਅਸ ਹੈ, ਮੋਸਟ ਸੀਰੀਅਸ ਹੈ ਬਹੁਤ ਸਾਰੇ ਸਾਲਾਂ ਦੇ ਵਿੱਚ ਜਦੋਂ ਤੱਕ ਹਜੇ ਆਪਾਂ ਦੇਖੀਏ। ਐਜ਼ ਰਿਪੋਰਟਡ ਬਾਈ ਦ ਹਿੰਦੂ, ਜਿਵੇਂ ਕਿ ਦ ਹਿੰਦੂ ਨੇ ਦੱਸਿਆ, ਸੋਰਸਿਸ ਮਤਲਬ ਹੁੰਦੇ ਸੂਤਰ, says that the number of Chinese soldiers, the aggression with which they have dealt with Indian soldiers। ਕਹਿੰਦੇ ਸੂਤਰ ਦੱਸ ਰਹੇ ਆਪਾਂ ਨੂੰ ਜਿੰਨੇ ਚਾਈਨੀਜ਼ ਸੋਲਜਰਸ ਹੈ ਮਤਲਬ ਕਿ ਜਿੰਨੇ ਹੁਣ ਤਾਦਾਦ ਦੇ ਵਿੱਚ ਹੈ, ਜਿੰਨੇ ਉਹ ਸੰਖਿਆ ਦੇ ਵਿੱਚ ਹੈ, ਦ ਅਗਰੈਸ਼ਨ ਜਿਸ ਗੁੱਸੇ ਦੇ ਵਿੱਚ ਵਿਦ ਵਿੱਚ ਮਤਲਬ ਕਿ ਅਗਰੈਸ਼ਨ ਵਿਦ ਵਿੱਚ, ਹੁਣ ਵਿੱਚ ਜਿਹੜਾ ਉਹ ਅਗਰੈਸ਼ਨ ਲਈ ਯੂਜ਼ ਕੀਤਾ ਗਿਆ। ਉਸ ਅਗਰੈਸ਼ਨ ਦੇ ਨਾਲ ਦੇ ਹੈਵ ਡੀਲ ਦੀ ਸੈਕਿੰਡ ਫਾਰਮ ਡੈਲਟ ਐਂਡ ਡੈਲਟ, ਹੈਵ ਦੇ ਨਾਲ V3 ਜਿਸ ਨਾਲ ਉਹ ਡੀਲ ਕੀਤਾ ਵਿਦ ਇੰਡੀਅਨ ਸੋਲਜਰ, ਜਿਸ ਅਗਰੈਸ਼ਨ ਦੇ ਨਾਲ ਉਹ ਕਹਿੰਦੇ ਨਾ ਡੀਲ ਕਰ ਰਹੇ ਇੰਡੀਅਨ ਸੋਲਜਰਸ ਦੇ ਨਾਲ। ਐਜ਼ ਵੈਲ ਐਜ਼ ਦ ਨੰਬਰ ਆਫ ਪੁਆਇੰਟ ਆਫ ਕਨਫਲਿਕਟ ਇੰਡੀਕੇਟ, ਕਹਿੰਦੇ ਜਿੰਨੇ ਸਾਰੇ ਉਹ ਮਤਲਬ ਝਗੜਿਆਂ ਦੇ ਮੁੱਦੇ ਕੱਢ ਰਹੇ ਹੈ, ਕਨਫਲਿਕਟ ਹੁੰਦਾ ਝਗੜਾ, ਇੰਡੀਕੇਟ ਇਹ ਸਾਰੀਆਂ ਚੀਜ਼ਾਂ। ਨੰਬਰ ਆਫ ਪੁਆਇੰਟ ਆਫ ਕਨਫਲਿਕਟ ਮਤਲਬ ਆਪਾਂ ਨੂੰ ਬਹੁਤ ਸਾਰੇ ਪੁਆਇੰਟਸ ਹੈ ਤਾਂ ਕਰਕੇ ਇੰਡੀਕੇਟ ਯੂਜ਼ ਕੀਤਾ ਗਿਆ। ਇੰਡੀਕੇਟ ਸਟ੍ਰੈਟੇਜਾਈਜ਼ ਐਕਸ਼ਨ ਬਾਈ ਚਾਈਨੀਜ਼ ਕਮਾਂਡਰ, ਕਹਿੰਦੇ ਇਹ ਸਭ ਕੁਛ ਇੰਡੀਕੇਟ ਕਰ ਰਿਹਾ ਕਿ ਇਹਨਾਂ ਦੀ ਇੱਕ ਸਟ੍ਰੈਟੇਜੀ ਹੈ ਚਾਈਨੀਜ਼ ਕਮਾਂਡਰ ਦੀ ਇਸ ਸਭ ਦੇ ਪਿੱਛੇ।
ਹੁਣ ਆਪਾਂ ਇੱਕ ਨਾਲ ਸਾਰ ਦੇਖਦੇ ਹਾਂ, ਫਿਰ ਵੋਕੈਬ ਦੇਖਾਂਗੇ। ਸਾਰ मतलब ਕਿ ਕਨਕਲੂਜਨ ਓਬਵੀਅਸਲੀ। awful silence on ਇੰਡੀਅਨ ਚਾਈਨਾ ਸਟੈਂਡ ਆਫ ਹਿੰਦੀ ਦੇ ਵਿੱਚ ਦੱਸਣ ਵਾਲੀ ਹਾਂ। ਫਿਰ ਲਾਸਟ 'ਤੇ ਆਪਾਂ ਵੋਕੈਬ ਦੇ 4 वर्ड है ਜਿਹੜੇ ਉਹ ਕਰਨ ਵਾਲੇ हैं। कह रहे हैं कि एक जो उस तरफ की चुप्पी है वो एक भयानक मतलब कि चुप्पी है जो कि इंडिया और चाइना के बीच तकरार में है। स्टैंड ऑफ मतलब कि जो ना तो लड़ाई लगी है और ना हुई, मतलब कि ना शांत हुई है, उसके बीच का जो बहस चल रही है उसे बोलते हैं स्टैंड ऑफ। कहते हैं जो इंडिया और चाइना के बीच में बहस चल रही है उस पर जो भयानक चुप्पी है, मतलब कि वहाँ उसकी मतलब हमारी तरफ से कोई भी इंफॉर्मेशन नहीं आ रहा है, तो वो थोड़ा सा ख़तरनाक फील जो है वो हो रहा है। कह रहे हैं कि पहले झगड़े के बाद लाइन ऑफ एक्चुअल कंट्रोल पे उसके 1 महीने बाद इंडियन चाइनीज सोल्जर्स ने रिपोर्ट किया था कि अभी भी उनको जो वहाँ का एटमॉस्फेयर है मैदान का वो थोड़ा सा टेंशन भरा लग रहा है। कह रहे हैं कि यहाँ अभी तक हमारे पास कोई भी ऑफिशियल एक्सप्लेनेशन नहीं है, कि कोई भी ऑफिशियल ऑफिसर ने कुछ भी एक्सप्लेन नहीं किया है, लेकिन जो हमें 5 मई तक जो भी हुआ था उस पर जो पहला क्लैश हुआ था पैंगोंग त्सो लेक पे, जो हमें सारी रिपोर्ट मिली थी, वो इतनी सारी इन्फॉर्मेशन थी जिससे हम ये कंक्लूजन निकाल सकते हैं कि वहाँ की जो स्टैंड ऑफ है इंडिया और चाइना के बीच जो सबसे सीरियस है जो अब तक हमने देखा है इतने सालों में। तो हिंदू के सूत्रों के मुताबिक जो चाइना के सोल्जर है वो बहुत ज़्यादा है, और जिस गुस्से के साथ वो डील कर रहे हैं इंडियन सोल्जर्स को, और जितने पॉइंट्स वो ढूंढ रहे हैं झगड़े के लिए, कॉन्फ्लिक्ट मतलब झगड़ा, तो उससे लग रहा है कि इसके सारे की सारी स्ट्रेटजी जो है वो चाइनीज़ कमांडर की पहले से ही तैयार की गई है। ये कोई सडन नहीं है, ये पहले स्ट्रेटजी बनाई गई है, फिर जो लाइन ऑफ एक्चुअल कंट्रोल पे लड़ाई एक्सेट्रा किया जा रहा है। ਨੈਕਸਟ ਆਪਾਂ ਦੇਖਦੇ ਹਾਂ ਅਮਾਸ ਵੋਕੈਬਲਰੀ ਵਰਡ। ਵੋਕੈਬ ਦਾ ਇਸ ਦਾ ਮੀਨਿੰਗ ਤੁਸੀਂ ਦੱਸ ਸਕਦੇ ਹੋ। ਅਮਾਸ, ਅਮਾਸ ਦਾ ਮਤਲਬ ਹੁੰਦਾ ਹੈ ਇੱਕ ਵਰਬ ਦੀ ਤਰ੍ਹਾਂ ਨਾਲ ਯੂਜ਼ ਕੀਤਾ ਜਾਂਦਾ। ਇਸ ਦਾ ਮਤਲਬ ਹੁੰਦਾ ਹੈ ਗੈਦਰ ਟੂਗੈਦਰ ਔਰ ਅਕਮੂਲੇਟ ਲਾਰਜ ਅਮਾਊਂਟ ਆਫ ਨੰਬਰ ਆਫ ਮਟੀਰੀਅਲ ਓਵਰ ਅ ਪੀਰੀਅਡ ਆਫ ਟਾਈਮ। ਇਹਦਾ ਮਤਲਬ ਹੁੰਦਾ ਹੈ ਕੋਈ ਵੀ ਚੀਜ਼ ਨੂੰ ਇਕੱਠੇ ਕਰ ਲੈਣਾ, ਸਿੰਪਲ। ਅਮਾਸ ਦਾ ਮਤਲਬ ਹੁੰਦਾ ਹੈ ਮਾਸ ਮਤਲਬ ਕਿ ਭਾਰਨਾ, ਅਮਾਸ ਮਤਲਬ ਉਹਨੂੰ ਇੱਕ ਜਗ੍ਹਾ 'ਤੇ ਇਕੱਠੇ ਕਰ ਲੈਣਾ, ਠੀਕ ਹੈ, ਕੋਈ ਵੀ ਚੀਜ਼ ਨੂੰ ਇਕੱਠਾ ਕਰ ਲੈਣਾ। ਸਿਨੋਨਿਮਸ ਜਿਵੇਂ ਕਿ ਗੈਦਰ, ਕਲੈਕਟ, ਅਸੈਂਬਲ, ਅਕਮੂਲੇਟ, ਸਟੌਕ ਪਾਈਲ ਇਸ ਨੂੰ ਬੋਲ ਸਕਦੇ ਹਾਂ। ਜਿਵੇਂ ਕਿ ਐਗਜ਼ਾਮਪਲ ਦੇਖੋ, ਦ ਸੋਲਜਰਸ ਵਰ ਅਮਾਸਿੰਗ ਫਰੋਮ ਆਲ ਪਾਰਟ ਆਫ ਸਪੇਨ, ਮਤਲਬ ਕਿ ਜਿਹੜੇ ਸਿਪਾਹੀ ਸੀ ਉਹ ਸਪੇਨ ਦੇ ਹਰ ਇੱਕ ਪਾਰਟ ਤੋਂ ਆ ਕੇ, ਹਰ ਇੱਕ ਏਰੀਆ ਤੋਂ ਆ ਕੇ ਇਕੱਠੇ ਹੋ ਰਹੇ ਸੀ। ਨੈਕਸਟ ਹੈ ਅਨੋਮਲੀ। अनोमिली, 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 ठीक है। अगर बोलो ना तो कुछ अनोमिली बोलोगे ना, नॉर्मली, नॉर्मली, ठीक है, नॉर्मली द वर्ड आता है, लेकिन अ प्लस नॉर्मली याद करना है, ठीक है। मतलब कि जिमें कहते ना सत्य असत्य, कोई सत्य मतलब सच, असत्य मतलब झूठ। नॉर्मल हो गया नॉर्मल जो सही ट्रैक पर चलता है। अनोमली मतलब हो गया जोड़ा नॉर्मल नहीं हैगा, ठीक है। Anomaly is something that deviates from what is standard normal expected। मतलब कि जो abnormal है उस चीज़ ਨੂੰ anomaly ਕਹਿੰਦੇ। ਜਿਵੇਂ ਕਿ oddity, abnormality and irregularity। ਜਿਵੇਂ ਕਿ the government does, ਹੁਣ government ਕੀ ਹੈ, singular ਹੈ, that's why does use ਹੋਇਆ। computer checks, चेक मतलब कि कंप्यूटर चेक कर दिया ऑफ टैक्स रिटर्न टू फाइंड अनोमलीज दैट माइट इंडिकेट फ्रॉड। कहते कंप्यूटर चेक की जाती है हर एक टैक्स रिटर्न, ताकि ਜਿਹੜੇ ਵੀ ਕੁਛ ਵੀ ਆਪਾਂ ਨੂੰ ਊਟ ਪਟਾਂਗ ਦਿਖਾਈ ਦਿੰਦਾ ਤਾਂ ਉਹ ਆਪਾਂ ਨੂੰ ਪਤਾ ਚੱਲ ਜੇ ਕਿ ਉਸ ਮਤਲਬ ਕਿ ਜੋ ਵੀ ਵੱਖਰਾ ਹੋਊਗਾ ਉਸ ਤੋਂ ਪਤਾ ਲੱਗ ਜੂਗਾ ਕਿ ਇਸ ਬੰਦੇ ਦਾ ਫਰੋਡ ਕੀਤਾ ਹੋਇਆ ਹੋ ਸਕਦਾ ਹੈ। ਨੈਕਸਟ ਆਪਾਂ ਦੇਖਦੇ ਹਾਂ ਐਂਬੀਗਿਊਸ। ਐਂਬੀਗਿਊਸ, ਐਂਬੀਗਿਊਸ ਦਾ ਮਤਲਬ ਕੀ ਹੁੰਦਾ? ਐਂਬੀਗਿਊਸ ਦਾ ਮਤਲਬ ਹੁੰਦਾ ਅਸਪਸ਼ਟ। ਇਸ ਦਾ ਮੈਂ ਲਿਖਤਾ ਹੈ ਤੁਹਾਨੂੰ, ਇਸ ਨੂੰ ਆਬਜੈਕਟਿਵ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ। ਇਸ ਦਾ ਮਤਲਬ ਹੁੰਦਾ ਹੈਵਿੰਗ ਔਰ ਐਕਸਪ੍ਰੈਸਿੰਗ ਮੋਰ ਦੈਨ ਵਨ ਪੋਸੀਬਲ ਮੀਨਿੰਗ ਸਮਟਾਈਮ ਇੰਟੈਂਸ਼ਨਲੀ। ਮਤਲਬ ਕਿ ਕਿਸੇ ਨੂੰ ਜਾਣਬੁੱਝ ਕੇ ਮਤਲਬ ਕਿ ਆਪਾਂ ਬਹੁਤ ਸਾਰੇ ਜਵਾਬ ਦੇ ਰਹੇ ਨਾ ਤਾਂ ਕਿ ਉਹ ਕਨਫਿਊਜ਼ ਹੋ ਜਾਏ ਕਿ ਐਕਚੁਅਲ ਦੇ ਵਿੱਚ ਇਸ ਚੀਜ਼ ਦਾ ਆਨਸਰ ਕੀ ਹੈ। ਅਸਪਸ਼ਟਤਾ ਜਿਹਨੂੰ ਬੋਲਦੇ ਐਂਬੀਗਿਊਸ। ਜਿਵੇਂ ਕਿ ਹਿਜ਼ ਰਿਪਲਾਈ ਟੂ ਮਾਈ ਕੁਐਸਚਨ ਵਾਜ਼ ਸਮਵਟ ਐਂਬੀਗਿਊਸ, ਦ ਵਰਡਿੰਗ ਆਫ ਦ ਐਗਰੀਮੈਂਟ ਇਜ਼। ਦੋ ਸੈਂਟੈਂਸ ਦਾ ਯੂਜ਼ ਕੀਤਾ ਮੈਂ ਕਿ ਹਿਜ਼ ਰਿਪਲਾਈ ਟੂ ਮਾਈ ਕੁਐਸਚਨ, ਮਤਲਬ ਜਿਹੜਾ ਉਹ ਉਸਦੇ ਮੇਰੇ ਕੁਐਸਚਨ ਦਾ ਉਸਦਾ ਰਿਪਲਾਈ ਸੀ ਉਹ ਸਮਵਟ ਐਂਬੀਗਿਊਸ ਸੀ, ਮਤਲਬ ਕਿ ਅਨਕਲੀਅਰ ਸੀ। ਉਸਨੇ ਮੈਨੂੰ ਕਲੀਅਰਲੀ ਜਵਾਬ ਨਹੀਂ ਦਿੱਤਾ।
ਨੈਕਸਟ ਦਾ ਵਰਡਿੰਗ ਆਫ ਦਾ ਐਗਰੀਮੈਂਟ ਇਜ਼ ਐਂਬੀਗਿਅਸ। ਜਿਵੇਂ ਕੋਈ ਵੀ ਐਗਰੀਮੈਂਟ ਹੋ ਰਿਹਾ, ਠੀਕ ਹੈ, ਉਸ ਦੇ ਵਿੱਚ ਮਤਲਬ ਕਿ ਜੋ ਵੀ ਉਸਦੀ ਵਰਡਿੰਗ ਲਿਖੀ ਹੋਈ ਹੈ ਨਾ, ਉਹ ਥੋੜ੍ਹੀ ਕਲੀਅਰ ਨਹੀਂ ਹੈਗੀ, ਅਨਕਲੀਅਰ ਹੈ, ਠੀਕ ਹੈ। ਇਸਨੂੰ ਵੇਗ ਵੀ ਬੋਲ ਸਕਦੇ ਹਾਂ ਐਂਡ ਅਨਕਲੀਅਰ ਵੀ ਬੋਲਿਆ ਜਾ ਸਕਦਾ। ਹੁਣ ਅਕਾਊਂਟ ਫੋਰ ਜੋ ਵੀ ਹੁੰਦਾ ਇਹ ਨਹੀਂ ਬੋਲਣਾ, ਇਸਦਾ ਮਤਲਬ ਹੁੰਦਾ ਅਕਾਊਂਟ ਫੋਰ ਸਮਥਿੰਗ, ਠੀਕ ਹੈ। ਸਮਥਿੰਗ ਦੀ ਸ਼ੋਰਟ ਫੋਰਮ ਹੈ ਨਾ ਜਿਹੜੀ, ਉਹ STH ਹੈ, ਜਿਹੜੀ ਜ਼ਿਆਦਾਤਰ ਤੁਹਾਨੂੰ ਨਿਊਜ਼ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਡੈਟਸ ਵਾਈ ਮੈਂ ਤੁਹਾਨੂੰ ਐਵੇਂ ਹੀ ਲਿਖਿਆ, ਅਕਾਊਂਟ ਫੋਰ ਸਮਥਿੰਗ, ਅਕਾਊਂਟ ਫੋਰ ਸਮਥਿੰਗ। ਦੇਖਦੇ ਹਾਂ ਇਸਦਾ ਮਤਲਬ ਕੀ ਹੁੰਦਾ। ਅਕਾਊਂਟ ਫੋਰ ਸਮਥਿੰਗ ਦਾ ਪਹਿਲਾ ਮਤਲਬ, ਦੋ ਮਤਲਬ ਹੁੰਦੇ ਆ, ਵੈਸੇ ਤਾਂ 3 ਹੁੰਦੇ ਆ ਬਟ ਜ਼ਿਆਦਾ 2 ਯੂਜ਼ ਹੁੰਦੇ ਆ, ਤਾਂ ਮੈਂ ਉਹੀ ਲਿੱਤਾ ਹੈ। ਅਕਾਊਂਟ ਫੋਰ ਸਮਥਿੰਗ ਦਾ ਮਤਲਬ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਜਵਾਬਦੇਹੀ ਹੋਣਾ ਤੁਹਾਡਾ, ਅਕਾਊਂਟ ਫੋਰ, ਠੀਕ ਹੈ। ਆਈ ਹੈਡ ਟੂ ਅਕਾਊਂਟ ਫੋਰ ਐਵਰੀ ਪੈਨੀ ਆਈ ਸਪੈਂਡ, ਮਤਲਬ ਕਿ ਮੈਨੂੰ ਹਰ ਇੱਕ ਜੋ ਵੀ ਮਤਲਬ ਸਿੰਗਲ ਪੈਸਾ ਯੂਜ਼ ਕੀਤਾ ਉਸਦਾ ਅਕਾਊਂਟ ਫੋਰ ਹੋਣਾ ਪਊ, ਮਤਲਬ ਕਿ ਜਵਾਬਦੇਹ ਹੋਣਾ ਪਊ। ਟੂ ਐਕਸਪਲੇਨ ਦਾ ਰੀਜ਼ਨ ਫੋਰ ਸਮਥਿੰਗ ਔਰ ਦਾ ਕੋਜ਼ ਆਫ ਸਮਥਿੰਗ, ਮਤਲਬ ਕਿ ਇਸ ਨੂੰ ਐਕਸਪਲੇਨ ਕਰਨਾ ਪਊ, ਇਹ ਕਿਉਂ ਹੋਇਆ, ਕਿਵੇਂ ਹੋਇਆ, ਇਹ ਸਭ ਕੁਛ। ਨੈਕਸਟ ਆਪਣੇ ਕੋਲੇ ਟੂ ਫੋਰਮ ਪਾਰਟ ਆਫ ਟੋਟਲ, ਮਤਲਬ ਕਿ ਸਾਰੇ ਚੀਜ਼ 'ਚੋਂ ਕੋਈ ਚੀਜ਼ ਥੋੜ੍ਹਾ ਜਿਹਾ ਹਿੱਸਾ ਬਣਾ ਰਹੀ ਹੈ, ਉਹਨੂੰ ਅਕਾਊਂਟ ਫੋਰ ਕਹਿ ਸਕਦੇ ਹਾਂ। ਜਿਵੇਂ ਕਿ ਦੇਖੋ ਹਾਈਟੈਕ ਕੰਪਨੀਜ਼ ਅਕਾਊਂਟ ਫੋਰ 32% ਆਫ ਦੀ ਟੋਟਲ ਵੈਲਿਊ ਆਫ ਪੇ ਰੋਲਸ ਇਨ ਦਾ ਏਰੀਆ, ਮਤਲਬ ਕਿ ਜਿੱਥੇ ਇੱਥੇ ਇਸ ਏਰੀਆ ਦੇ ਵਿੱਚ 32% ਜਿਹੜਾ ਯੋਗਦਾਨ ਹੈ ਜ਼ਿਆਦਾਤਰ ਉਹ ਕੀ ਕਰਦੀ ਹੈ, ਹਾਈਟੈਕ ਕੰਪਨੀਜ਼ ਹੈ ਜਿਹੜਾ ਉਹ ਪਾਉਂਦੀ ਹੈ, ਠੀਕ ਹੈ। ਮਤਲਬ ਕਿ ਇੰਨੇ ਸਾਰੇ ਏਰੀਆ ਦੇ ਵਿੱਚ 32% ਹੈ ਜਿਹੜਾ ਉਹ ਹਾਈਟੈਕ ਦਾ ਮਤਲਬ ਅਕਾਊਂਟ ਫੋਰ ਹੋ ਗਿਆ, ਠੀਕ ਹੈ। ਯੂਜ਼ ਹਾਈਟੈਕ ਕੰਪਨੀਜ਼ ਅਕਾਊਂਟ ਫੋਰ 32%। ਅੱਜ ਲਈ ਇੰਨਾ ਹੀ। ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋ। ਸੈਸ਼ਨ ਪਸੰਦ ਆਇਆ ਤਾਂ ਡੂ ਹਿੱਟ ਦਾ ਲਾਈਕ ਬਟਨ ਐਂਡ ਪਲੀਜ਼ ਇਸਨੂੰ ਆਪਦੇ ਫਰੈਂਡਸ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਥੈਂਕ ਯੂ ਸੋ ਮਚ ਐਂਡ ਹੈਵ ਅ ਨਾਈਸ ਡੇ।